जो ਆਪਾਂ 4th ਚੈਪਟਰ ਸ਼ੁਰੂ ਕੀਤਾ ਸੀ ਉਹਦਾ ਅੱਗੇ ਫਰਦਰ ਆਪਾਂ ਟੌਪਿਕ ਕਰਨ ਲੱਗੇ ਆ ਕੋਡੀਫਿਕੇਸ਼ਨ। ਤੇ ਜਦੋਂ ਵੀ ਆਪਾਂ ਨੇ ਸਟੋਰ ਦੇ ਵਿੱਚ ਸਮਾਨ ਰੱਖਣਾ ਹੈ ਉਹ ਸਾਰਾ ਜਿਹੜਾ ਵੀ ਆਪਣੇ ਕੋਲੇ ਕੰਪੋਨੈਂਟਸ ਨੇ ਉਹ ਸਾਰਿਆਂ ਦੀ ਆਪਾਂ ਸੌਫਟਵੇਅਰ ਤਿਆਰ ਕਰਕੇ ਉਹਨਾਂ ਨੂੰ ਆਪਾਂ ਕੋਈ ਨਾ ਕੋਈ ਕੋਡ ਦੇ ਦਿੰਦੇ ਹਾਂ। ਜਿੱਦਾਂ ਆਪਾਂ ਐਲਫਾਬੈਟਿਕਲੀ ਦੇ ਸਕਦੇ ਹਾਂ, ਨਿਊਮਰਿਕ ਨੰਬਰ ਵੀ ਦੇ ਸਕਦੇ ਹਾਂ, ਆਪਾਂ ਕੋਈ ਵੀ ਉਹਨਾਂ ਨੂੰ ਕੋਡ ਦੇ ਕੇ ਤਾਂ ਕਿ ਆਪਾਂ ਜਦੋਂ ਉਸ ਨੂੰ ਸੌਫਟਵੇਅਰ ਦੇ ਵਿੱਚ ਆਪਣੇ ਕੰਪਿਊਟਰ ਦੇ ਵਿੱਚ ਲੈਪਟਾਪ ਦੇ ਵਿੱਚ ਪੁੱਟ ਕਰੀਏ ਆਪਣੇ ਕੋਲੇ ਆ ਜੇ ਕਿ ਉਹ ਸਾਡੇ ਕੋਲੇ ਆਈਟਮਸ ਕਿੰਨੀਆਂ ਪਈਆਂ ਨੇ ਅਤੇ ਕਿੰਨੇ ਦਿਨ ਸਾਡੇ ਕੋਲੇ ਮਟੀਰੀਅਲ ਪਿਆ। ਆਪਾਂ ਉਸ ਮਟੀਰੀਅਲ ਦੀ ਕੋਡਸ ਤੋਂ ਐਸਟੀਮੇਟ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਮਟੀਰੀਅਲ ਕਿੰਨਾ ਸਟੋਰ ਦੇ ਵਿੱਚ ਪਿਆ, ਕਿੱਥੇ ਪਿਆ ਅਤੇ ਕਿੰਨੇ ਦਿਨ ਦੀ ਲਾਈਨ ਚੱਲਣ ਜੋਗਾ ਪਿਆ। Codification in any industry or organization is important for identifying a material or component। कोई भी component है ਆਪਾਂ ਉਹਨੂੰ codes ਦੇਤੇ। Coding is done with signs, symbols, numbers and alphanumerals which describes the complete nomenclature of an item as where that unit or item is stored in the department। ਸਟੋਰ ਦੇ ਵਿੱਚ ਕਿੰਨਾ ਪਿਆ ਹੈ, ਡਿਪਾਰਟਮੈਂਟ ਦੇ ਵਿੱਚ ਕਿੰਨਾ ਪਿਆ ਹੈ, what is its unit of measurement, an individual record of each of the item। ਆਪਣੇ ਕੋਲੇ ਹਜ਼ਾਰਾਂ ਕੰਪੋਨੈਂਟਸ ਇੰਡਸਟਰੀ ਦੇ ਵਿੱਚ ਲੱਗਦੇ ਨੇ। ਜਦੋਂ ਆਪਾਂ ਕਿਸੇ ਵੀ ਸਪੋਜ਼ ਆਪਣੇ ਕੋਲੇ ਕਿ ਆਪਾਂ ਇੰਜਨ ਨੂੰ ਅਸੈਂਬਲ ਕਰਨਾ ਉਹਦੇ ਵਿੱਚ ਬਹੁਤ ਜ਼ਿਆਦਾ ਕੰਪੋਨੈਂਟਸ ਇਨਵੋਲਵ ਹੁੰਦੇ ਨੇ। ਹਰ ਇੱਕ ਕੰਪੋਨੈਂਟ ਨੂੰ ਆਪਾਂ ਕੋਈ ਨਾ ਕੋਈ ਕੋਡ ਦੇ ਕੇ ਆਪਾਂ ਦੇਖਣਾ ਹੁੰਦਾ ਕਿੰਨੀ ਕੁਆਂਟੀਟੀ ਆਪਾਂ ਮਿਨੀਮਮ ਮੇਨਟੇਨ ਕਰਕੇ ਰੱਖਦੇ ਹਾਂ। ਪਹਿਲਾਂ ਆਪਾਂ ਕਰ ਚੁੱਕੇ ਹਾਂ ਪ੍ਰੋਕਿਊਰਮੈਂਟ ਦੇ ਕੰਜ਼ੰਪਸ਼ਨ ਸਾਈਕਲ ਦੇ ਵਿੱਚ। ਪਿੱਛੇ ਇਹ ਵੀ ਕੁਐਸਚਨ ਇੰਪੋਰਟੈਂਟ ਹੈ 5 ਨੰਬਰ ਦਾ ਹੁੰਦਾ ਕੋਡੀਫਿਕੇਸ਼ਨ ਤੇ ਸਟੈਂਡਰਡਾਈਜੇਸ਼ਨ ਤੇ ਇੰਟਰਚੇਂਜੇਬਿਲਿਟੀ। ਇਹ ਤਿੰਨਾਂ ਦੇ ਵਿੱਚੋਂ ਇੱਕ ਨੋਟ ਜ਼ਰੂਰ ਆ ਜਾਂਦਾ ਹੁੰਦਾ, ਰਾਈਟ ਨੋਟ ਔਨ ਕੋਡੀਫਿਕੇਸ਼ਨ ਜਾਂ ਰਾਈਟ ਨੋਟ ਔਨ ਸਟੈਂਡਰਡਾਈਜੇਸ਼ਨ ਔਰ ਇੰਟਰਚੇਂਜੇਬਿਲਿਟੀ ਆਫ ਪਾਰਟਸ। ਅੱਗੇ ਆਪਾਂ ਹੁਣ ਗੱਲ ਕਰਨ ਲੱਗੇ ਸਟੈਂਡਰਡਾਈਜੇਸ਼ਨ। ਬਟ ਇਹ ਸਟੈਂਡਰਡਾਈਜੇਸ਼ਨ ਹੈ ਇਹ ਇੰਡਸਟਰੀ ਦੇ ਵਿੱਚ ਆਪਾਂ ਟਰਮਸ ਕਹਿੰਦੇ ਕਿ ਇੰਟਰਚੇਂਜੇਬਲ ਪਾਰਟਸ ਬਣਾਉਣੇ। ਕੁਝ ਪਾਰਟਸ ਨੂੰ ਆਪਾਂ ਸਟੈਂਡਰਡਾਈਜ਼ ਕਰ ਲੈਂਦੇ ਹਾਂ, ਜਿਵੇਂ ਛੋਟੇ ਜਿਹੜੇ ਪਾਰਟਸ ਨੇ ਨਟ ਐਂਡ ਬੋਲਟਸ ਨੇ। ਅੱਜ ਕੱਲ੍ਹ ਦੇਖੋ ਜਿਸ ਤਰ੍ਹਾਂ ਹੁਣ ਕਾਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਸਵਿਫਟ ਦੀ, ਜੇ ਆਪਾਂ ਸੁਜ਼ੂਕੀ ਦੀ ਗੱਡੀ ਦੇਖਦੇ ਹਾਂ ਮਾਰੂਤੀ ਸੁਜ਼ੂਕੀ ਦੀ ਸਵਿਫਟ ਵਾਲਾ ਜਿਹੜਾ ਇੰਜਨ ਹੈ ਉਹੀ ਰਿਟਸ ਦੇ ਵਿੱਚ ਆਉਂਦਾ ਹੈ, ਪੈਟਰੋਲ ਦੇ ਵਿੱਚ ਪੈਟਰੋਲ ਵਾਲਾ ਅਤੇ ਡੀਜ਼ਲ ਦੇ ਵਿੱਚ ਡੀਜ਼ਲ ਵਾਲਾ। ਹੁਣ ਵਿਟਾਰਾ ਬ੍ਰਿਜ਼ ਹੈ, ਜਿਸ ਤਰ੍ਹਾਂ ਇਹਨਾਂ ਨੇ ਅਰਬਨ ਕਰੂਜ਼ਰ ਟੋਇਟਾ ਦੀ ਕੀਤੀ ਹੈ ਉਹਦੇ ਵਿੱਚ ਉਹ ਇੰਜਨ ਹੈ ਅਤੇ ਉਹਨਾਂ ਨੇ ਟੋਇਟਾ ਦੇ ਬ੍ਰਾਂਡ ਨੇਮ ਨਾਲ ਵੇਚ ਰਹੇ ਨੇ। ਜਿਹੜੇ ਵੱਡੀਆਂ ਆਟੋਮੋਬਾਈਲ ਸੈਕਟਰ ਹੈ ਉਹ ਕੁਛ ਵੱਡੇ ਆਪਣੇ ਇੰਜਨਸ ਨੂੰ ਸਟੈਂਡਰਡਾਈਜ਼ ਕਰ ਲੈਂਦੇ ਨੇ ਅਤੇ ਉਹੀ ਇਹਨਾਂ ਨੂੰ ਆਪਾਂ ਨੇ ਡਿਫਰੈਂਟ ਪਲੇਟਫਾਰਮਸ ਦੇ ਉੱਤੇ ਸੈੱਟ ਕਰਕੇ ਸਿਰਫ ਗੱਡੀ ਦੀ ਬਾਡੀ ਦੀ ਸ਼ੇਪ ਚੇਂਜ ਕਰਕੇ ਉਹਨੂੰ ਸੇਲ ਕਰ ਰਹੇ ਨੇ। ਹੁਣ ਸਟੈਂਡਰਡਾਈਜੇਸ਼ਨ ਇਟ ਇਜ਼ ਡਿਫਾਈਨਡ ਐਜ਼ ਪ੍ਰੋਡਿਊਸਿੰਗ ਵੈਰਾਈਟੀ ਆਫ ਪਾਰਟਸ ਫਰੋਮ ਲਿਮਿਟਡ ਵੈਰਾਈਟੀ ਆਫ ਮਟੀਰੀਅਲਸ, ਟੂਲਸ ਐਂਡ ਮਸ਼ੀਨਸ। ਆਪਣੇ ਕੋਲੇ ਲਿਮਿਟਡ ਮਸ਼ੀਨਸ ਨੇ, ਲਿਮਿਟਡ ਮਟੀਰੀਅਲ ਹੈ, ਉਹਨਾਂ ਤੋਂ ਆਪਾਂ ਨੇ ਪਾਰਟਸ ਨੂੰ ਪ੍ਰੋਡਿਊਸ ਕਰਨਾ ਹੈ। ਆਪਾਂ ਜ਼ਿਆਦਾਤਰ ਪਾਰਟਸ ਨੂੰ ਆਇਡੈਂਟੀਕਲ ਤੇ ਇੰਟਰਚੇਂਜੇਬਲ ਬਣਾਉਣਾ ਹੈ ਤਾਂ ਕਿ ਆਪਣਾ ਜਿਹੜਾ ਮਟੀਰੀਅਲ ਵੀ ਘੱਟ ਲੱਗੇ ਤੇ ਵਰਕ ਦੀ ਪ੍ਰੋਡਕਟੀਵਿਟੀ ਵੀ ਇਨਕਰੀਜ਼ ਹੋਵੇ ਤੇ ਜਿਹੜੀ ਸਾਡੀ ਮੈਨ ਪਾਵਰ ਹੈ ਉਸ ਨੂੰ ਪ੍ਰੋਡਕਸ਼ਨ ਕਰਨ ਦੇ ਵਿੱਚ ਪ੍ਰੋਪਰ ਸਕਿਲਡ ਹੋ ਜੇ, ਟ੍ਰੇਡ ਹੋ ਜੇ ਉਸ ਚੀਜ਼ ਨੂੰ। ਸਟੈਂਡਰਡਾਈਜੇਸ਼ਨ ਇਜ਼ ਐਨ ਇੰਪੋਰਟੈਂਟ ਇਫੈਕਟਿਵ ਮੈਨੇਜਮੈਂਟ ਟੂਲ ਫਾਰ ਇੰਪਰੂਵਿੰਗ ਕੁਆਲਿਟੀ ਐਂਡ ਪ੍ਰੋਡਕਟੀਵਿਟੀ। ਇਹ ਮੈਨੇਜਮੈਂਟ ਦਾ ਇੱਕ ਟੂਲ ਹੈ ਪ੍ਰੋਡਕਟੀਵਿਟੀ ਨੂੰ ਤੇ ਕੁਆਲਿਟੀ ਨੂੰ ਇਨਕਰੀਜ਼ ਕਰਨ ਦਾ ਸਟੈਂਡਰਡਾਈਜੇਸ਼ਨ, ਕਿਉਂਕਿ ਜ਼ਿਆਦਾ ਪਾਰਟਸ ਨੂੰ ਆਪਾਂ ਸਟੈਂਡਰਡਾਈਜ਼ ਤੇ ਇੰਟਰਚੇਂਜੇਬਲ ਬਣਾਇਆ। ਐਡਵਾਂਟੇਜਸ ਆਫ ਸਟੈਂਡਰਡਾਈਜੇਸ਼ਨ ਇਨਕਰੀਜ਼ਡ ਇੰਟਰਚੇਂਜੇਬਿਲਿਟੀ ਆਫ ਪਾਰਟਸ। ਤਾਂ ਪਹਿਲਾਂ ਵੀ ਐਕਸਪਲੇਨ ਕਰ ਰਹੇ ਹਾਂ ਕਿ ਜ਼ਿਆਦਾ ਪਾਰਟਸ ਇੰਟਰਚੇਂਜੇਬਲ ਨੇ, ਜਿਸ ਤਰ੍ਹਾਂ ਗੱਡੀਆਂ ਦੇ ਇੰਜਨ ਤੱਕ ਆਪਾਂ ਇੰਟਰਚੇਂਜੇਬਲ ਨੇ। ਉਹਦਾ ਪਲੇਟਫਾਰਮ ਡਿਫਰੈਂਟ ਹੈ ਪਰ ਇੰਜਨ ਉਹੀ ਹੈ ਤਾਂ ਕਿ ਕੰਪਨੀ ਨੂੰ ਬਹੁਤ ਜ਼ਿਆਦਾ ਰਿਸਰਚ ਐਂਡ ਡਿਵੈਲਪਮੈਂਟ 'ਤੇ ਖਰਚਾ ਨਾ ਕਰਨਾ ਪਵੇ, ਸਿਰਫ ਜਿਹੜੀ ਬਾਡੀ ਹੈ ਉਹਨੂੰ ਹੀ ਉਹਨਾਂ ਨੇ ਚੇਂਜ ਕਰਨਾ। ਬੈਟਰ ਯੂਟੀਲਾਈਜੇਸ਼ਨ ਆਫ ਮੈਨ ਪਾਵਰ ਐਂਡ ਇਕਵਿਪਮੈਂਟ। ਜਿਹੜੀ ਸਾਡੇ ਕੋਲੇ ਮੈਨ ਪਾਵਰ ਹੈ ਜਦੋਂ ਉਹਨਾਂ ਨੇ ਸੇਮ ਕੰਪੋਨੈਂਟਸ ਬਾਰ-ਬਾਰ ਬਣਾਉਣੇ ਨੇ ਤਾਂ ਉਹਦੇ ਵਿੱਚ ਉਹ ਜ਼ਿਆਦਾ ਐਕਸਪਰਟ ਹੋ ਜਾਏਗੀ। ਫਿਊਅਰ ਚੇਂਜ ਓਵਰ, ਵਾਈਡਰ ਯੂਜ਼ ਆਫ ਆਟੋਮੇਸ਼ਨ ਐਂਡ ਮੈਕਨਾਈਜੇਸ਼ਨ। ਆਪਾਂ ਜਿਹੜੀ ਆਟੋਮੇਸ਼ਨ ਦੀ ਅੱਜ ਕੱਲ੍ਹ ਦੇਖੋ ਸਾਰਾ ਟਾਈਮ ਆਟੋਮੇਸ਼ਨ ਦਾ ਤੇ ਮੈਕਨਾਈਜੇਸ਼ਨ ਦਾ। ਰੋਬੋਟਸ ਤੱਕ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ ਤਾਂ ਕਿ ਉਦੋਂ ਕਰਨ ਦੇ ਵਿੱਚ ਉਹਨਾਂ ਨੂੰ ਸੌਖ ਹੋ ਜੇ। ਦੇਅਰ ਇਜ਼ ਲੈਸ ਪ੍ਰੈਸ਼ਰ ਡਿਊ ਟੂ ਲੈਸ ਆਫਟਰ ਸੇਲਸ ਸਰਵਿਸ। ਘੱਟ ਪ੍ਰੈਸ਼ਰ ਹੁੰਦਾ ਕਿਉਂਕਿ ਉਸ ਚੀਜ਼ ਨੂੰ ਆਪਾਂ ਸਟੈਂਡਰਡਾਈਜ਼ ਕੀਤਾ ਹੁੰਦਾ, ਆਲਰੇਡੀ ਮਾਰਕੀਟ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ। ਈਜ਼ੀ ਅਵੇਲੇਬਿਲਿਟੀ ਆਫ ਸਪੇਅਰ ਪਾਰਟਸ। The pre-production planning activities are reduced.
Handling of standard items is easy. Operators become familiar and become specialized in their work. ਉਹੀ ਕੰਮ ਬਾਰ-ਬਾਰ ਕਰੀ ਜਾਂਦੇ ਨੇ ਤੇ ਉਹਨਾਂ ਨੂੰ ਕੰਮ ਬਾਰੇ ਪਤਾ ਲੱਗ ਜਾਂਦਾ ਹੈ. Efficient and effective supervision is possible. Costing can obtain better control by installing standard costing. ਅੱਗੇ ਆਪਣੇ ਕੋਲੇ ਆ ਗਿਆ ਬੇਟੇ concept of ISO 9000 and ISO 14000. ਤੇ ਆਪਣੇ ਕੋਲੇ ISO ਇੱਕ ਸਰਟੀਫਿਕੇਸ਼ਨ ਹੈ. ਇਹਦੇ ਵਿੱਚ ਆਪਾਂ ਟੋਟਲ ਕੁਆਲਿਟੀ ਮੈਨੇਜਮੈਂਟ ਤੇ ਇਹਦੇ ਵਿੱਚ ਇੱਕੋ ਹੀ ਡਿਫਰੈਂਸ ਹੈ ਕਿ ਇਹਦੇ ਵਿੱਚ ਆਪਾਂ ਜਿਹੜੇ EMPLOYEES ਨੂੰ ਜਿਹੜੇ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਤੇ ਜਿਹੜੇ ਕਸਟਮਰਸ ਨੇ ਚੀਜ਼ ਨੂੰ ਪਰਚੇਜ਼ ਕਰਨਾ ਹੈ ਉਹਨਾਂ ਨੂੰ ਆਪਾਂ ਇਨਵੋਲਵ ਨਹੀਂ ਕਰਦੇ. ਟੋਟਲ ਕੁਆਲਿਟੀ ਮੈਨੇਜਮੈਂਟ ਕੀ ਕਹਿੰਦਾ ਹੈ ਕਿ ਸਾਰੇ EMPLOYEES ਨੂੰ ਤੇ ਜਿਹੜਾ ਕਸਟਮਰ ਹੈ ਜਿਹਨੂੰ ਐਂਡ ਪ੍ਰੋਡਕਟ ਜਿਹਨੇ ਯੂਜ਼ ਕਰਨਾ ਹੈ ਉਹਦੇ ਕੋਲ ਪਹਿਲਾਂ ਸੈਂਪਲਸ ਲੈ ਕੇ ਜਾਓ, ਉਹਨਾਂ ਦੀ ਰਿਕਮੈਂਡੇਸ਼ਨ ਲਓ ਕਿ ਕੀ ਇਹਦੇ ਵਿੱਚ ਕਮੀਆਂ ਨੇ ਤੇ ਉਹਨਾਂ ਨੂੰ ਰਿਮੂਵ ਕਰੋ ਕਿ ਕਸਟਮਰਸ ਦੀ ਸੈਟੀਸਫੈਕਸ਼ਨ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ. ਹੁਣ ਆਪਾਂ ਕਰਨ ਲੱਗੇ ਕਿ ISO 9000 the need for standardization has been left throughout the world and therefore the international standardization has acquired a great importance in the smooth flow of the world trade, greater acceptability and interchangeability of commodities in the various countries. ਕਿਉਂਕਿ ਬੇਟੇ ਹੁਣ ਜਿਹੜੀ ਅੱਜ ਦੀ ਏਜ ਹੈ ਗਲੋਬਲਾਈਜੇਸ਼ਨ ਹੋ ਚੁੱਕੀ ਹੈ, ਆਪਾਂ ਗਲੋਬਲ ਵਿਲੇਜ ਬਣ ਚੁੱਕੇ ਹਾਂ. ਇਹਦੇ ਵਿੱਚ ਸਾਨੂੰ ਇੰਟਰਨੈਸ਼ਨਲ ਪੈਰਾਮੀਟਰਸ ਦੇ ਮੁਤਾਬਕ ਜਿਸ ਤਰ੍ਹਾਂ ਆਪਾਂ ਕਰ ਰਹੇ ਲਿਖਦੇ ਹਾਂ ਕਿ Euro 1 ਉਹ ਪੋਲੂਸ਼ਨ ਦੇ ਨਾਰਮ ਨੇ 1 2 3 4 5 6 ਉਹ ਕੀ ਹੈ ਕਿ ਜਿਹੜੇ ਐਮਿਸ਼ਨਸ ਗੱਡੀ ਦੇ ਵਿੱਚੋਂ ਬਾਹਰ ਆ ਰਹੇ ਨੇ ਉਹਦੇ ਮੁਤਾਬਕ ਹੀ ਆਪਾਂ ਉਹਦੀ ਟੈਸਟਿੰਗ ਕਰ ਸਕਦੇ ਹਾਂ. The ISO 9000 is the international standard for quality systems. ਇਹ ਕੁਆਲਿਟੀ ਦਾ ਪੈਰਾਮੀਟਰ ਹੈ. ਜਿਹੜਾ ਪ੍ਰੋਡਕਟ ਆਪਾਂ ਨੇ ਤਿਆਰ ਕਰਨਾ ਕੋਈ ਵੀ ਇੰਡਸਟਰੀ ਦੇ ਵਿੱਚ ਉਹਦਾ ਕੁਆਲਿਟੀ ਦੀ ਇੱਕ ਸਰਟੀਫਿਕੇਸ਼ਨ ਹੈ. It is set of requirements specified by the International Organization for Standardization. ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫॉर ਸਟੈਂਡਰਡਾਈਜੇਸ਼ਨ ਨੇ ਕੁਆਲਿਟੀ ਦੇ ਕੁਝ ਪੈਰਾਮੀਟਰ ਸੈੱਟ ਕੀਤੇ ਨੇ, ਉਹਦੇ ਅਕੋਰਡਿੰਗਲੀ ਹੀ ਆਪਾਂ ਉਹਦੀ ਟੈਸਟਿੰਗ ਕਰ ਸਕਦੇ ਹਾਂ. ਕੋਈ ਵੀ ਪ੍ਰੋਡਕਟ ਹੈ ਉਹਦੇ ਉੱਤੇ ਆਪਾਂ ਜੋ ਸਰਟੀਫਿਕੇਸ਼ਨ ਕਰਦੇ ਆ ਉਹਦੇ ਨੈਸ਼ਨਲ ਪੈਰਾਮੀਟਰਸ ਨੇ ਕਿ ਉਹਦੇ ਇੰਟਰਨੈਸ਼ਨਲ ਪੈਰਾਮੀਟਰਸ ਨੇ ਜਿਹਦੇ ਮੁਤਾਬਕ ਆਪਾਂ ਉਹਦੇ ਮੁਤਾਬਕ ਉਹਦੀ ਟੈਸਟਿੰਗ ਹੋਏਗੀ. The corresponding standard in some countries are Indian standard 14000, European Community Standards EN 29000, BS United Kingdom Standards 5750. Bureau of Indian Standard is the Indian representative to ISO ਜਿਹਨੂੰ ਆਪਾਂ BIS ਕਹਿੰਦੇ ਆ. ਅੱਗੇ ਆਪਾਂ ਕੀਤਾ ਕਿ ਸਟਰਕਚਰ ਆਫ ISO 9000. ਤਾਂ ISO ਜਿਹੜਾ ਮਾਡਲ ਹੈ ਉਹ ਸਾਡੇ ਕੋਲੇ ਪ੍ਰੋਡਕਟ ਦੀ ਇੱਕ ਸਰਟੀਫਿਕੇਸ਼ਨ ਹੈ, ਪ੍ਰੋਡਕਟ ਦਾ ਕੁਆਲਿਟੀ ਦਾ ਮਾਡਲ ਹੈ. ਉਹਨੂੰ ਆਪਾਂ ਇੰਟਰਨੈਸ਼ਨਲ ਪੈਰਾਮੀਟਰ ਦੇ ਨਾਲ ਰਿਕੁਆਇਰਮੈਂਟਸ ਦੇ ਅਕੋਰਡਿੰਗਲੀ ਹੀ ਉਹਦੀ ਟੈਸਟਿੰਗ ਕਰਨੀ ਹੈ. ਆਪਾਂ ਨੇ ਇੱਥੇ ਲਿਖਿਆ ਕਿ ਡੈਫੀਨੇਸ਼ਨ ਔਰ ਕੰਸੈਪਟ ਆਫ ISO 9000 ਇਹਦਾ ਇਕੁਇਵਲੈਂਟ ਹੈ ਇੰਡੀਅਨ ਸਟੈਂਡਰਡ 14000. ਨਾਨ ਕੰਟਰੈਕਚੁਅਲ ਸਿਚੁਏਸ਼ਨ ਦੇ ਵਿੱਚ ਆਪਾਂ ਨੇ ਕੁਆਲਿਟੀ ਮੈਨੇਜਮੈਂਟ ਐਂਡ ਕੁਆਲਿਟੀ ਸਿਸਟਮ ਐਲੀਮੈਂਟ ਤੇ ਆਪਾਂ ਲਿਖਦੇ ਹਾਂ ਕਿ ISO 9004 ਔਰ ਇੰਡੀਅਨ ਸਟੈਂਡਰਡ 14004. 3 ਕੁਆਲਿਟੀ ਅਸ਼ੋਰੈਂਸ ਮਾਡਲਸ. ਇਹ ਕੁਆਲਿਟੀ ਦੇ ਅਸ਼ੋਰੈਂਸ ਦੇ ਮਾਡਲਸ ਨੇ ISO 9001 ਇੰਡੀਅਨ ਸਟੈਂਡਰਡ 14001, ISO 9002 ਇੰਡੀਅਨ ਸਟੈਂਡਰਡ 14002, ISO 9003 ਇੰਡੀਅਨ ਸਟੈਂਡਰਡ 14003. ਇਹ ਜਿਹੜੀ ISO ਹੈ ਇਹ ਸਾਡੇ ਕੋਲੇ ਇੱਕ ਕੁਆਲਿਟੀ ਦਾ ਚੈੱਕ ਕਰਨ ਦਾ ਇੱਕ ਪੈਰਾਮੀਟਰ ਹੈ. ਇਹਦੇ ਵਿੱਚ ਆਪਣੇ ਕੋਲ ਇਹ ਕੁਆਲਿਟੀ ਦੇ ਅਸ਼ੋਰੈਂਸ ਮਾਡਲ ਨੇ, ਇਹ ਕੁਆਲਿਟੀ ਦਾ ਮੈਨੇਜਮੈਂਟ ਤੇ ਇੱਕ ਸਿਸਟਮ ਦਾ ਇੱਕ ਐਲੀਮੈਂਟ ਹੈ 4 ਹੈ ਜਿਹੜਾ ਸਾਡੇ ਕੋਲੇ 3 ਨੇ 1 2 3. ਇਹ 3 ਕੁਆਲਿਟੀ ਅਸ਼ੋਰੈਂਸ ਮਾਡਲ ਨੇ. ਅੱਗੇ ਆਪਣੇ ਕੋਲ ਆ ਗਿਆ ਕੰਸੈਪਟ ਆਫ ਜਸਟ ਇਨ ਟਾਈਮ. ਇਹ ਬੜਾ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਆ ਜਾਂਦਾ 5 ਨੰਬਰ ਦਾ ਕੁਐਸਚਨ. ਰਾਈਟ ਨੋਟ ਔਨ ਜਸਟ ਇਨ ਟਾਈਮ. ਇਹ ਬੇਟੇ ਟੈਕਨੋਲੋਜੀ ਹੈ ਜਿਹੜੀ ਸਭ ਤੋਂ ਪਹਿਲਾਂ ਜਾਪਾਨ ਦੇ ਵਿੱਚ ਇਹਨਾਂ ਨੇ ਡਿਵੈਲਪ ਕੀਤੀ ਸੀ. ਇਹਦਾ ਬੇਸਿਕ ਪਰਪਸ ਕੀ ਹੈ ਕਿ ਇਨਵੈਂਟਰੀ ਨੂੰ ਨਹੀਂ ਹੀ ਰੱਖਣਾ, ਮਟੀਰੀਅਲ ਨੂੰ ਪਰਚੇਸ ਕਰਨਾ ਹੈ, ਰਾ ਮਟੀਰੀਅਲ ਨੂੰ ਪਰਚੇਸ ਕਰਨਾ ਹੈ. ਸਭ ਤੋਂ ਪਹਿਲਾਂ ਆਪਾਂ ਨੂੰ ਆਰਡਰ ਜਿਹੜਾ ਮਿਲਿਆ
ਉਹਦੇ ਅਕੋਰਡਿੰਗਲੀ ਰਾ ਮਟੀਰੀਅਲ ਪਰਚੇਸ ਕੀਤਾ ਤੇ ਲੇਬਰ ਆਪਾਂ ਨੇ ਹਾਇਰ ਕੀਤੀ। ਆਪਣੇ ਕੋਲੇ ਜਿਹੜਾ ਆਪਰੇਸ਼ਨਸ ਆਪਾਂ ਆਪ ਕਰ ਸਕਦੇ ਹਾਂ ਆਪਣੀ ਇੰਡਸਟਰੀ ਦੇ ਵਿੱਚ ਉੱਥੇ ਕੀਤਾ ਤੇ ਕੁਝ ਕੰਮ ਬਾਹਰ ਕਰਾਇਆ ਤੇ ਬਾਹਰੋਂ ਕੰਮ ਕਰਾ ਕੇ ਪ੍ਰੋਡਕਟ ਨੂੰ ਕੰਪਲੀਟ ਕਰਕੇ ਪ੍ਰੋਡਕਟ ਨੂੰ ਸੇਲ ਕਰਤਾ ਤੇ ਜਿਹੜੀ ਪੇਮੈਂਟ ਹੈ ਉਹ ਪਹਿਲਾਂ ਐਡਵਾਂਸ ਲੈ ਕੇ ਕੁਝ ਉਹਦੇ ਚੋਂ ਰਾ ਮਟੀਰੀਅਲ ਪਰਚੇਸ ਕੀਤਾ, ਸਾਰੇ ਦੇ ਉੱਤੇ ਪ੍ਰੋਸੈਸ ਕੀਤਾ ਤੇ ਨਾਲ ਦੀ ਨਾਲ ਮਟੀਰੀਅਲ ਨੂੰ ਆਪਾਂ ਮਾਰਕੀਟ ਦੇ ਵਿੱਚ ਸੇਲ ਕਰਤਾ। ਆਪਾਂ ਕਿਸੇ ਚੀਜ਼ ਦੀ ਕੋਈ ਵੀ ਇਨਵੈਂਟਰੀ ਸਟਾਕ ਨਹੀਂ ਕੀਤੀ, ਨਾ ਮਟੀਰੀਅਲ ਦੀ ਸਟਾਕ ਕੀਤੀ, ਨਾ ਆਪਾਂ ਨੇ ਕਿਸੇ ਰਾ ਮਟੀਰੀਅਲ ਦੀ ਸਟਾਕ ਕੀਤੀ, ਨਾ ਆਪਾਂ ਨੇ ਕਿਸੇ ਲੇਬਰ ਨੂੰ ਕੰਟੀਨਿਊਸ ਹਾਇਰ ਕੀਤਾ। ਬਸ ਕੀ ਜਦੋਂ ਲੋਡ ਦੇ ਅਕੋਰਡਿੰਗਲੀ ਜਿਹੜੇ ਜਿਹੜੇ ਪੈਰਾਮੀਟਰ ਦੀ ਲੋੜ ਹੈ ਜਿਹੜੇ ਆਪਾਂ ਕਰ ਸਕਦੇ ਹਾਂ ਆਪ ਕੀਤੇ, ਕੁਛ ਆਪਾਂ ਕੰਮ ਬਾਹਰੋਂ ਕਰਾ ਕੇ ਪ੍ਰੋਡਕਟ ਨੂੰ ਆਪਾਂ ਨੇ ਸਪਲਾਈ ਕਰਤਾ। The just-in-time production concept was developed in Japan to eliminate waste of materials, machines, capital, ਜਿਹੜਾ ਪੈਸਾ ਆਪਣਾ, manpower and inventory throughout the manufacturing system। ਜਿਹੜੀ ਸਾਰੀ ਹੈ ਡਾਇਰੈਕਟ ਤੇ ਇਨਡਾਇਰੈਕਟ ਇਨਵੈਂਟਰੀ ਆਪਾਂ ਸਟੱਡੀ ਕੀਤੀ ਹੈ ਪਹਿਲਾਂ। ਕੁਝ ਡਾਇਰੈਕਟ ਇਨਵੈਂਟਰੀ ਹੈ, ਕੁਝ ਇਨਡਾਇਰੈਕਟ ਇਨਵੈਂਟਰੀ। ਸਾਰੀ ਇਨਵੈਂਟਰੀ ਨੂੰ ਉਹ ਕਹਿੰਦਾ ਕਿ ਖਤਮ ਕਰ ਦੋ, ਤੁਹਾਨੂੰ ਇਨਵੈਂਟਰੀ ਦੀ ਸਟਾਕ ਦੀ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈਗੀ। It has the following aims। ਨੰਬਰ 1 ਪਰਚੇਜ਼ ਸਪਲਾਈਜ਼ ਜਸਟ ਇਨ ਟਾਈਮ ਟੂ ਬੀ ਯੂਜ਼ਡ। ਜਿਹੜਾ ਆਪਾਂ ਨੂੰ ਆਰਡਰ ਮਿਲਿਆ ਨਾਲ ਉਹਦਾ ਉਹੀ ਮਟੀਰੀਅਲ ਪਰਚੇਜ਼ ਕਰੋ। ਪ੍ਰੋਡਿਊਸ ਪਾਰਟਸ ਜਸਟ ਇਨ ਟਾਈਮ ਟੂ ਬੀ ਮੇਡ ਇਨਟੂ ਸਬ ਅਸੈਂਬਲੀਜ਼। ਜਿਹੜਾ ਆਪਾਂ ਮਟੀਰੀਅਲ ਪਰਚੇਜ਼ ਕੀਤਾ ਉਹਨੂੰ ਨਾਲ ਦੀ ਨਾਲ ਪ੍ਰੋਡਿਊਸ ਪਾਰਟਸ ਨੂੰ ਨਾਲ ਦੀ ਨਾਲ ਤਿਆਰ ਕਰੋ, ਸਬ ਅਸੈਂਬਲੀ ਦੇ ਨੂੰ ਕਨਵਰਟ ਕਰ ਦਿਓ। ਪ੍ਰੋਡਿਊਸ ਸਬ ਅਸੈਂਬਲੀ ਜਸਟ ਇਨ ਟਾਈਮ ਟੂ ਬੀ ਅਸੈਂਬਲਡ ਇਨਟੂ ਫਿਨਿਸ਼ਡ ਪ੍ਰੋਡਕਟ। ਉਹਨਾਂ ਸਬ ਅਸੈਂਬਲੀਜ਼ ਨੂੰ ਨਾਲ ਦੀ ਨਾਲ ਫਿਨਿਸ਼ ਪ੍ਰੋਡਕਟਸ ਦੇ ਵਿੱਚ ਕਨਵਰਟ ਕਰ। ਪ੍ਰੋਡਿਊਸ ਫਿਨਿਸ਼ ਪ੍ਰੋਡਕਟ ਜਸਟ ਇਨ ਟਾਈਮ ਟੂ ਬੀ ਸੋਲਡ। ਨਾਲ ਦੀ ਨਾਲ ਉਹਨੂੰ ਸੇਲ ਕਰ ਤੱਕ ਸਾਡਾ ਪੈਸੇ ਜਿਹੜਾ ਸਾਈਕਲ ਹੈ ਉਹ ਕੰਪਲੀਟ ਹੋ ਜੇ। ਜਸਟ ਇਨ ਟਾਈਮ ਜਾਪਾਨ ਨੇ ਸਭ ਤੋਂ ਪਹਿਲਾਂ ਇਹਨੂੰ ਡਿਵੈਲਪ ਕੀਤਾ ਸੀਗਾ। ਇਹਦਾ ਮੇਨ ਪਰਪਸ ਕੀ ਹੈ ਕਿ ਨੋ ਇਨਵੈਂਟਰੀ, ਕਿ ਕਿਸੇ ਵੀ ਮਟੀਰੀਅਲ ਦੀ, ਮੈਨ ਪਾਵਰ ਦੀ, ਇਕਵਿਪਮੈਂਟ ਦੀ ਕੋਈ ਵੀ ਤੁਸੀਂ ਇਨਵੈਂਟਰੀ ਨੂੰ ਸਟਾਕ ਕਰਕੇ ਨਹੀਂ ਰੱਖਣਾ। ਮਟੀਰੀਅਲ ਲੈਣਾ ਹੈ, ਉਹਨੂੰ ਪ੍ਰੋਸੈਸ ਕਰਨਾ ਤੇ ਮਟੀਰੀਅਲ ਨੂੰ ਵੇਚ ਦੇਣਾ। ਹੁਣ ਬੇਟੇ ਤੁਹਾਡਾ 4th ਚੈਪਟਰ ਅੱਜ ਖਤਮ ਹੋ ਗਿਆ। ਇਹ ਉਹਦਾ ਸੈਕੰਡ ਪਾਰਟ ਸੀਗਾ। ਥੈਂਕ ਯੂ ਬੇਟੇ।